ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 158ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗ ਗੌੜੀ ਮਾਲਵਾ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਹਰ ਨਾਮ ਲੈ ਮੀਤਾ ਲੈ, ਆਗੇ ਬਿਖਮ ਪੰਥ ਪੈ ਆਨ ਰਹਾਓ। ਹਰ ਨਾਮ ਲੈ ਮੀਤਾ ਲੈ, ਆਗੇ ਬਿਖਮ ਪੰਥ ਪੈ ਆਨ ਰਹਾਓ। ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ। ਸੇਵਤ ਸੇਵਤ ਸਦਾ ਸੇਵ, ਤੇਰੇ ਸੰਗ ਬਸਤ ਹੈ ਕਾਲ। ਕਰ ਸੇਵਾ ਤੂੰ ਸਾਧਕੀ, ਹੋ ਕਾਟਿਏ ਜਮਜਾਲ। कर सेवा तू साधकी, हो काटिए जमजाल। हम जग तीरथ किए, बिच हम में बदे विकार। होम जग तीरथ किए, बिच हम में बदे विकार। नरक सुरग दोए पुंचना, होए बाहर बार अवतार। नरक सुरग दोए पुंचना, होए बार बार अवतार। शिवपुरी ब्रह्म इंदरपुरी, नीचल को थाए नाही। शिवपुरी ब्रह्म इंदरपुरी, नीचल को थाए थाओ नाही। बिन हर सेवा सुख नहीं हो, साखत आवे जाए। बिन हर सेवा सुख नहीं हो, साखत आवे जाए। जैसो गुरु उपदेस्या, मैं तैसो क्या पुकार। जैसो गुरु उपदेस्या, मैं तैसो कह पुकार। नानक कहे सुन रे मना, कर कीर्तन होए उधार। नानक कहे सुन रे मना, कर कीर्तन होए उधार। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਇਹ ਗੁਰਮੁਖ ਮਿੱਤਰ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਉਚਾਰਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸਾਡੇ ਅੱਗੇ ਆਉਣ ਵਾਲਾ ਜੋ ਬੜਾ ਔਖਾ ਅਤੇ ਡਰਾਉਣਾ ਰਸਤਾ ਹੈ ਜੀ, ਉਹ ਸਾਨੂੰ ਡਰਾਉਣਾ ਅਤੇ ਔਖਾ ਨਹੀਂ ਲੱਗੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸੇਵਦਿਆਂ ਸੇਵਦਿਆਂ ਭਾਵ ਸਿਮਰਨ ਕਰਦਿਆਂ ਕਰਦਿਆਂ ਤੂੰ ਸਦਾ ਸੇਵਾ ਰੂਪ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਦਾ ਰਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿਉਂਕਿ ਹਰ ਵੇਲੇ ਸੰਗ ਬਸਤ ਹੈ ਕਾਲ, ਭਾਵ ਕਾਲ ਮੌਤ ਤੇਰੇ ਨਾਲ ਹੀ ਹੈ ਜੀ, ਤੇਰੇ ਨਾਲ ਹੀ ਵਸਦੀ ਹੈ ਜੀ। ਭਾਵ ਮੌਤ ਦਾ ਡਰ ਤੇਰੇ ਉੱਪਰ ਹੀ ਹੈ ਜੀ, ਹਮੇਸ਼ਾ ਨਾਲ ਹੀ ਹੈ ਜੀ। ਜੀਵਨ ਹੈ ਅਤੇ ਮਰਨ ਵੀ ਨਾਲ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਤੂੰ ਗੁਰਸ਼ਬਦ ਗੁਰਬਾਣੀ ਨਾਮ ਰੂਪ ਸੰਤ ਗੁਰੂ ਦੀ ਸੇਵਾ ਕਰ। ਫਿਰ ਗੁਰੂ ਜੀ ਕਹਿੰਦੇ ਹਨ ਤਾਂ ਜੋ ਤੇਰੇ ਜਮਾਂ ਦਾ ਜਾਲ ਕੱਟਿਆ ਜਾਵੇ ਜੀ। ਭਾਵ ਤੇਰਾ ਜਨਮ ਮਰਨ ਦਾ ਡਰ ਖਤਮ ਹੋ ਜਾਵੇ ਜੀ, ਕੱਟਿਆ ਜਾਏ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਜਿਨ੍ਹਾਂ ਨੇ ਹਵਨ ਯੱਗ ਅਤੇ ਤੀਰਥ ਇਸ਼ਨਾਨ ਆਦਿ ਵਰਗੇ ਕਰਮ ਕੀਤੇ ਹਨ ਜੀ, ਗੁਰੂ ਜੀ ਕਹਿੰਦੇ ਹਨ ਉਹਨਾਂ ਨੇ ਇਹ ਸਾਰੇ ਕਰਮ ਹਉਮੈ ਵਿੱਚ ਕੀਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਵਿੱਚ ਕੀਤੇ ਕਰਮਾਂ ਕਾਰਨ ਉਹਨਾਂ ਦੇ ਵਿਕਾਰ ਹਉਮੈ ਹੋਰ ਵੱਧ ਗਈ ਹੈ ਜੀ। ਕਿਉਂਕਿ ਬਾਹਰ ਕਹਿੰਦੇ ਫਿਰਦੇ ਹਾਂ ਜੀ ਅਸੀਂ ਇਹ ਕੰਮ ਕੀਤਾ ਜੀ, ਇੱਥੇ ਇਸ਼ਨਾਨ ਕਰਨ ਗਏ ਜੀ, ਉਹ ਕੀਤਾ, ਇਸ ਤਰ੍ਹਾਂ ਦੇ ਯੱਗ ਕੀਤੇ, ਇਸ ਤਰ੍ਹਾਂ ਦੇ ਅਸੀਂ ਹਵਨ ਕਰ ਲੈਂਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਕਰਕੇ ਉਹਨਾਂ ਨੂੰ ਨਰਕ ਅਤੇ ਸਵਰਗ ਦੋਹਾਂ ਦਾ ਹੀ ਦੁੱਖ ਭੋਗਣਾ ਪੈਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਮੁੜ ਮੁੜ ਕੇ ਜਨਮ ਮਰਨ ਦਾ ਗੇੜ ਉਸੇ ਵਿੱਚ ਹੀ ਉਹ ਪੈ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਮੁਖੋ ਸ਼ਿਵਪੁਰੀ ਬ੍ਰਹਮਪੁਰੀ ਅਤੇ ਇੰਦਰਪੁਰੀ ਆਦਿ ਕੋਈ ਅਸਥਾਨ ਵੀ ਸਦਾ ਲਈ ਥਿਰ
ਰਹਿਣ ਵਾਲਾ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਪਰਮੇਸ਼ਰ ਹਰੀ ਦੀ ਸੇਵਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਆਤਮਿਕ ਸੁੱਖ ਪ੍ਰਾਪਤ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਸ਼ਕਤੀ ਦੇ ਉਪਾਸ਼ਕ ਮਾਇਆ ਧਾਰੀ ਜੀ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਜਿਸ ਤਰ੍ਹਾਂ ਸਾਨੂੰ ਸਾਡੇ ਗੁਰੂਆਂ ਨੇ ਉਪਦੇਸ਼ ਦਿੱਤਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਸੇ ਤਰ੍ਹਾਂ ਸਾਨੂੰ ਬਿਆਨ ਦੱਸ ਦਿੱਤਾ ਹੈ ਜੀ। ਉਸੇ ਤਰ੍ਹਾਂ ਹੀ ਸਾਨੂੰ ਉਹਨਾਂ ਨੇ ਗੁਰਬਾਣੀ ਦੇ ਵਿੱਚ ਦੱਸ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਹੇ ਮੇਰੇ ਮਨ, ਤੂੰ ਗੁਰੂ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦਾ ਉਪਦੇਸ਼ ਸੁਣੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕੀਰਤਨ ਕਰੋ ਜੀ। ਫਿਰ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਫਿਰ ਤੇਰਾ ਉਧਾਰ ਹੋ ਜਾਵੇਗਾ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੇ ਪ੍ਰੇਮਾ ਭਗਤੀ ਜੋ ਸਾਡੇ ਗੁਰੂਆਂ ਨੇ ਸਾਨੂੰ ਦੱਸੀ ਹੈ ਜੀ, ਉਹ ਦੱਸਦੇ ਹਨ ਕਿ ਕਿਸੇ ਤਰ੍ਹਾਂ ਦੇ ਹਉਮੈ ਵਿੱਚ ਕੀਤੇ ਯੱਗ ਹਵਨ ਤੀਰਥ ਇਸ਼ਨਾਨ ਇਹੋ ਜਿਹੇ ਕਰਮ ਕੀਤਿਆਂ ਨਾਲ ਹਉਮੈ ਵੱਧਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਅਤੇ ਹਉਮੈ ਵਧਣ ਨਾਲ ਵਿਕਾਰ ਵੀ ਹੋਰ ਵੱਧਦੇ ਹਨ ਜੀ। ਅਤੇ ਇਸ ਕਰਕੇ ਜੀਵਾਂ ਦਾ ਜੰਮਣ ਮਰਨਾ ਬਣਿਆ ਰਹਿੰਦਾ ਹੈ ਜੀ, ਕਿਉਂਕਿ ਉਹ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਣੇ ਹਰ ਨੂੰ ਨਹੀਂ ਪਹਿਚਾਣਦੇ ਜੀ, ਜੋ ਕਿ ਸਾਡੇ ਅੰਦਰ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਹਰੀ ਦੀ ਸੇਵਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਤੋਂ ਬਿਨਾਂ ਸੱਚਾ ਸੁੱਖ ਨਹੀਂ ਮਿਲ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਜੇ ਕੋਈ ਕਰਮਾਂ ਨਾਲ ਸ਼ੁਭ ਆਪਣੇ ਚੰਗੇ ਕੀਤੇ ਕਰਮਾਂ ਨਾਲ ਸ਼ਿਵਪੁਰੀ ਬ੍ਰਹਮਪੁਰੀ ਆਦਿ ਤੱਕ ਪਹੁੰਚ ਜਾਂਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹ ਨਗਰੀਆਂ ਵਿੱਚ ਵੀ ਜਨਮ ਮਰਨ ਦਾ ਖੇਡ ਹੈ ਜੀ, ਉੱਥੇ ਵੀ ਇਹ ਬੀਜ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਲਈ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕੀਰਤਨ ਹੀ ਸ਼ੁਭ ਕਰਮਨ ਤੇ ਕਰਮਾਂ ਭਾਵ ਜਿਸ ਨਾਲ ਦੁਰਮਤ ਹਉਮੈ ਦਾ ਨਾਸ ਤੇ ਗੁਰਮਤ ਦਾ ਪ੍ਰਗਾਸ ਹੁੰਦਾ ਹੈ ਜੀ। ਸੋ ਸਿਧਾਂਤ ਇਹ ਹੈ ਜੀ ਕਿ ਪਰਮੇਸ਼ਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਸੇਵਾ ਤੇ ਕੀਰਤਨ ਨਾਲ ਹੀ ਜਨਮ ਮਰਨ ਦੇ ਆਵਾਗਮਨ ਦੇ ਗੇੜੇ ਤੋਂ ਛੁਟਕਾਰਾ ਮਿਲ ਸਕਦਾ ਹੈ ਜੀ। ਬਾਕੀ ਦੇ ਕਰਮ ਕਾਂਡ ਜੀਵ ਨੂੰ ਹਉਮੈ ਤੇ ਵਿਕਾਰਾਂ ਵਿੱਚ ਜਕੜੀ ਰੱਖਦੇ ਹਨ ਜੀ। ਜਿਸ ਤਰ੍ਹਾਂ ਇਹਨਾਂ ਸ਼ਬਦ ਵਿੱਚ ਗੁਰੂ ਜੀ ਕਹਿੰਦੇ ਹਨ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਉਪਦੇਸ਼ ਗੁਰੂ ਜੀ ਨੇ ਸਾਨੂੰ ਦੱਸਿਆ ਹੈ ਜੀ। ਜਿਸ ਤਰ੍ਹਾਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਦੱਸਦੇ ਹਨ, ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਿਆ ਪੁਕਾਰ, ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਾਰ। ਜੈਸੋ ਗੁਰੂ ਉਪਦੇਸਿਆ ਮੈਂ ਤੈਸੋ ਕਿਆ ਪੁਕਾਰ, ਨਾਨਕ ਕਹੇ ਸੁਨ ਰੇ ਮਨਾ ਕਰ ਕੀਰਤਨ ਹੋਏ ਉਦਾਰ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।